ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲੋਕਰਨ ਚੈਨਲ ਪੰਜਾਬੀ ਤੇ ਮੈਂ ਆ ਸੁਖਵਿੰਦਰ ਸ਼ੇਰਗਿੱਲ। ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਹਾਰਦਿਕ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਦਿਨ ਭਰ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਅੱਜ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ ਉਹ ਇਹ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਵਾਰ ਫਿਰ ਤੋਂ ਬਗਾਵਤ ਹੋਈ ਹੈ ਤੇ ਦੂਸਰੇ ਪਾਸੇ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਦੀ ਆਲੋਚਨਾ ਚਾਰੇ ਪਾਸੇ ਤੋਂ ਹੋ ਰਹੀ ਹੈ ਤੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਹਰਿਆਣਾ ਤੇ ਦਿੱਲੀ ਦਾ ਬਾਰਡਰ ਹੈ ਉਹ ਖੁੱਲ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਕੱਲੋਂ ਸਾਹਿਬ ਨੇ ਉਹਨਾਂ ਦਾ ਜਿਹੜਾ ਬਿਆਨ ਆਇਆ ਸੀ ਉਸ ਤੋਂ ਬਾਅਦ ਸਿਆਸਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਕਿਸਾਨਾਂ ਨੇ ਉਹਨਾਂ ਦੀ ਡਿਮਾਂਡ ਪੂਰੀ ਕਰ ਦਿੱਤੀ ਹੈ ਤੇ ਦੂਸਰੇ ਪਾਸੇ ਜਿਹੜਾ ਕੇਸਗੜ੍ਹ ਸਾਹਿਬ ਦੀ ਮੰਦਭਾਗੀ ਖਬਰ ਹੈ ਉਸ ਤੇ ਚਰਚਾ ਕਰਾਂਗੇ ਤੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਸਿੰਘ ਰਾਏਪੁਰ ਜੀ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸੁਖਵਿੰਦਰ ਜੀ, ਧੰਨਵਾਦ। ਪਰਮਿੰਦਰ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤੀ ਸੁਰ ਨੇ ਉਹ ਲਗਾਤਾਰ ਇੱਕ ਸਮਾਂ ਆਇਆ ਸੀ ਕਿ ਸ਼ਾਇਦ ਉਹ ਥੋੜੇ ਠੰਡੇ ਪਏ ਸੀ, ਇੱਕ ਵਾਰ ਫਿਰ ਤੋਂ ਹੁਣ ਗਰਮ ਹੁੰਦੇ ਹੋਏ ਦਿਖਾਈ ਦਿੱਤੇ ਅਤੇ ਕਰੀਬ 40 ਵਿਧਾਇਕਾਂ ਨੇ ਜਿਹੜੀ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਹੜੀ ਕੇਂਦਰ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਬੇਭਰੋਸਗੀ ਜਤਾਈ ਜਾ ਰਹੀ ਹੈ। ਤੁਸੀਂ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ? ਗੱਲ ਸੁਖਵਿੰਦਰ ਜੀ ਚਿੱਠੀ ਤੋਂ ਸ਼ੁਰੂ ਕਰੀਏ ਨਾ। ਚਿੱਠੀ ਦਾ ਮਤਲਬ ਕੀ ਸੀਗਾ? ਪਹਿਲਾਂ ਤਾਂ ਇਹ ਦੇਖੀਏ ਕਿ ਚਿੱਠੀ ਲਿਖਣਾ, ਜਦੋਂ ਚਿੱਠੀ ਲਿਖੀ ਜਾਂਦੀ ਸੀ ਤਾਂ ਇਹੀ ਸੀਗਾ ਕਿ ਦੂਰ ਜਿਹੜਾ ਬੈਠਾ ਹੁੰਦਾ ਉਸ ਨੂੰ ਚਿੱਠੀ ਰਾਹੀਂ ਜੀ ਮੈਸੇਜ ਦਿੱਤਾ ਜਾਂਦਾ ਸੀ। ਜੋ ਵੀ ਹੈਗਾ ਜਾਂ ਕੁਛ ਵੀ ਗੱਲ ਕਰਨੀ ਹੁੰਦੀ ਸੀ ਤਾਂ ਚਿੱਠੀ ਲਿਖੀ ਜਾਂਦੀ ਸੀ ਤਾਂ ਮਤਲਬ ਹੁੰਦਾ ਸੀ ਕਿ ਦੂਰ ਹੈ ਜੀ। ਸੋ ਜਿਹੜੀ ਇਹ ਚਿੱਠੀ ਦੀ ਸਿਆਸਤ ਹੁੰਦੀ ਹੈ ਇਹ ਵੀ ਹੁੰਦਾ ਕਿ ਦੂਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਚਿੱਠੀ ਰਾਹੀਂ ਜਿਹੜਾ ਹੈਗਾ ਆਪਣਾ ਮੈਸੇਜ ਜਾਂ ਆਪਣੀ ਗੱਲ ਰੱਖਣ ਦਾ ਜਿਹੜਾ ਉਹ ਮੌਕਾ ਕਹਿ ਲਓ ਲਿਆ ਜਾਂਦਾ ਜਾਂ ਦਿਆ ਜਾਂਦਾ। ਯਾਨੀ ਕਿ ਵਿਚਲੀ ਗੱਲ ਤਾਂ ਹੈ ਕਿ ਜਿਹੜੀ ਦੂਰੀ ਹੈ ਉਹ ਜ਼ਾਹਰ ਕਰਦੀ ਹੈ ਚਿੱਠੀ ਲਿਖਣਾ। ਜੀ ਚਿੱਠੀ ਲਿਖਣਾ ਇੱਕ ਦੂਰੀ ਦਾ ਸੰਕੇਤ ਹੈ ਕਿ ਦੂਰ ਹੈ, ਦੂਰੀ ਬਣੀ ਹੋਈ ਹੈ ਜਾਂ ਦੂਰ ਹੈ ਕੋਈ ਜਿਹਨੂੰ ਸੁਨੇਹਾ ਲਾਉਣਾ ਹੈ। ਤਾਂ ਇੱਥੇ ਵੀ ਜਿਹੜੇ ਕਾਂਗਰਸ ਦੇ ਵਿੱਚ ਬੰਦੇ ਬੈਠੇ ਨੇ, ਚਾਹੇ ਉਹ ਨਵਜੋਤ ਸਿੰਘ ਲਿਖਦਾ ਅਮਰਿੰਦਰ ਸਿੰਘ ਨੂੰ ਲਿਖਦਾ ਚਿੱਠੀ, ਤਾਂ ਪਤਾ ਹੈ ਕਿ ਫਾਸਲਾ ਹੈ, ਆਪਸੀ ਸਹਿਮਤੀ ਨਹੀਂ ਹੈਗੀ, ਆਪਸ ਦੇ ਵਿੱਚ ਤਾਲਮੇਲ ਨਹੀਂ ਹੈਗਾ ਤੇ ਆਪਸੀ ਜਿਹੜੇ ਉਹਨਾਂ ਦਾ ਸੰਬੰਧ ਹੈ ਜਾਂ ਰਿਸ਼ਤਾ ਹੈ ਕੋਈ ਵੀ ਹੈ, ਚਾਹੇ ਉਹ ਸਮਾਜਿਕ ਹੈ, ਰਾਜਨੀਤਿਕ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਹੈ, ਉਹਦੇ ਵਿੱਚ ਖਟਾਸ ਹੈ, ਦੂਰੀ ਹੈ। ਇਹੀ ਜਿਹੜੀ ਹੈਗੀ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਚਿੱਠੀ ਜਿਹੜੀ ਲਿਖਾਈ ਹੈ, ਕਿਹਾ ਜਾ ਰਿਹਾ ਕਿ 40 ਦੇ ਕਰੀਬ ਜਿਹੜੇ ਵਿਧਾਇਕ ਨੇ ਉਹਨਾਂ ਨੇ ਸਾਈਨ ਕੀਤੇ ਹੈ ਤੇ ਸਵੇਰ ਤੋਂ ਹੀ ਬੁੱਧਵਾਰ ਨੂੰ ਜਿਹੜਾ ਹੈਗਾ ਉਹਦੇ ਘਰੇ 3 ਮੰਤਰੀ ਜਿਹੜੇ ਸਹਿਯੋਗੀ ਨੇ ਉਹਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਇਕੱਠੇ ਹੋਏ, ਬੈਠਕ ਹੋਈ, ਫਿਰ ਵਿਧਾਇਕਾਂ ਦੇ ਘਰਾਂ 'ਤੇ ਜਾ ਕੇ ਜਾਂ ਉਹਨਾਂ ਨੂੰ ਪਰਸਨਲੀ ਮਿਲ ਕੇ ਉੱਤੇ ਦਸਤਖਤ ਕਰਵਾਏ ਗਏ ਚਿੱਠੀ ਦੇ ਉੱਤੇ। ਤੇ ਉਹ ਸੈਂਟਰ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਕਹਿ ਲਓ ਆਪਾਂ, ਦਿੱਲੀ ਦੇ ਵਿੱਚ ਜਿਹੜੀ ਹਾਈ ਕਮਾਂਡ ਬੈਠੀ ਹੈ ਕਾਂਗਰਸ ਦੀ, ਉਹਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉੱਥੇ ਚਿੱਠੀ ਰਾਹੀਂ ਆਪਣਾ ਮੈਸੇਜ ਦਿਆ ਜਾਵੇ ਕਿ ਵਿਧਾਇਕ ਦਲ ਦੀ ਬੈਠਕ ਜਿਹੜੀ ਜਲਦੀ ਤੋਂ ਜਲਦੀ ਸੱਦੀ ਜਾਵੇ। ਕੈਪਟਨ ਉੱਤੇ ਬੇਭਰੋਸਗੀ ਦਾ ਜਿਹੜਾ ਹੈਗਾ ਖਦਸ਼ਾ ਮੰਡਰਾ ਰਿਹਾ ਜਾਂ ਉਹਨਾਂ ਨੇ ਬੇਭਰੋਸਗੀ ਜਤਾਈ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਆਪਾਂ ਕਹਿ ਸਕਦੇ ਹਾਂ। ਚਿੱਠੀ ਦੇ ਵਿੱਚ ਕੀ ਹੈ, ਹਾਲੇ ਇੱਦਾਂ ਦੀ ਗੱਲ ਸਾਹਮਣੇ ਤਾਂ ਨਹੀਂ ਆਈ, ਆਪਾਂ ਪੁਸ਼ਟੀ ਨਹੀਂ ਕਰ ਸਕਦੇ, ਪਰ ਜਿਹੜਾ ਕਿਹਾ ਜਾ ਰਿਹਾ ਕਿ ਉਹ ਇਹ ਹੈ ਕਿ ਕੈਪਟਨ ਦੇ ਉੱਤੇ ਉਹਨਾਂ ਨੇ ਬੇਭਰੋਸਗੀ ਜਤਾਈ ਹੈ ਤੇ ਉਹਦੇ ਤਹਿਤ ਇਹੀ ਗੱਲ ਆ ਰਹੀ ਹੈ ਸਾਹਮਣੇ ਕਿ ਸ਼ਾਇਦ ਕੈਪਟਨ ਨੂੰ ਬਦਲਣ ਦੇ ਲਈ ਇਹ ਚਿੱਠੀ ਜਿਹੜੀ ਹੈਗੀ ਹੈ ਉੱਧਰ ਭੇਜੀ ਗਈ ਹੈ ਤੇ ਆਪਣੀ ਗੱਲ ਰੱਖਣ ਲਈ ਕਿ ਸਾਨੂੰ ਸੁਣਿਆ ਜਾਵੇ, ਸਾਡੀ ਗੱਲ ਸੁਣੀ ਜਾਵੇ, ਅਸੀਂ ਵਿਧਾਇਕਾਂ ਦਾ ਵੱਡਾ ਇਕੱਠ ਸਾਡੇ ਨਾਲ ਆ ਤੇ ਉਹਦੇ ਤਹਿਤ ਜਿਹੜੀ ਹੈਗੀ ਹੈ ਕੈਪਟਨ ਦੇ ਉੱਤੇ ਕਾਰਵਾਈ ਕੀਤੀ ਜਾਵੇ। ਇਹਦੇ ਨਾਲ ਇੱਕ ਗੱਲ ਹੋਰ ਨਿਕਲ ਕੇ ਵੀ ਆਉਂਦੀ ਹੈ, ਜੇ ਆਪਾਂ ਜਨਤਕ ਤੌਰ 'ਤੇ ਵਿਚਰ ਰਹੇ ਹਾਂ, ਜਦੋਂ ਸਰਕਾਰ ਦੇ ਵਿੱਚ ਬੈਠੇ ਹਾਂ, ਜਦੋਂ ਸਾਡੇ ਕੋਲ ਕੈਬਨਿਟ ਵੀ ਹੈਗੀ ਆ, ਫਿਰ ਇਹਨਾਂ ਮੁੱਦਿਆਂ ਨੂੰ ਹੁਣ ਉਛਾਲਣ ਦੀ ਲੋੜ ਕੀ ਹੁੰਦੀ ਹੈ? ਯਾਨੀ ਕਿ ਸਪਸ਼ਟ ਇਹ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਇਹ ਬੰਦੇ ਜਿਹੜੇ ਹੈਗੇ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਆ, ਚਾਹੇ ਨਵਜੋਤ ਸਿੰਘ ਸਿੱਧੂ ਆ ਤੇ ਚਾਹੇ ਇਹ ਤੀਜਾ ਧੜਾ ਉੱਭਰ ਕੇ ਜਿਹੜਾ ਸਾਹਮਣੇ ਆ ਰਿਹਾ ਉਹ ਹੈ, ਇਹਨਾਂ ਦੇ ਕੋਲ ਆਪਸੀ ਖਿੱਚੋਤਾਣ ਕੁਰਸੀ ਦੇ ਨਾਲ, ਕੁਰਸੀ ਦੀ ਖਿੱਚੋਤਾਣ ਤੋਂ ਬਿਨਾਂ ਲੋਕਾਂ ਦਾ ਕੋਈ ਮੁੱਦਾ ਹੀ ਨਹੀਂ। ਇਹ ਲੋਕਾਂ ਲਈ ਬਣੇ ਨੇ, ਸਰਕਾਰ ਲੋਕਾਂ ਲਈ ਬਣੀ ਹੈ, ਲੋਕਤੰਤਰ ਹੈ, ਲੋਕਾਂ ਨੇ ਚੁਣ ਕੇ ਭੇਜਿਆ ਤੁਹਾਨੂੰ। ਲੋਕ ਮੁੱਦਿਆਂ ਤੇ ਗੱਲ ਹੀ ਨਹੀਂ ਕਰਦੇ, ਇਹ ਲੋਕਾਂ ਦੀ ਗੱਲ ਹੀ ਨਹੀਂ, ਕੋਈ ਸੁਣਵਾਈ ਨਹੀਂ ਹੈਗੀ।
ਚਾਰੇ ਪਾਸੇ ਧਰਨੇ ਜਾਮ ਲੱਗੇ ਹੋਏ ਨੇ, ਲੋਕ ਹਰਾਸ਼ ਹੋ ਰਹੇ ਨੇ, ਹਸਪਤਾਲਾਂ ਦੇ ਵਿੱਚ ਬੁਰਾ ਹਾਲ ਹੈ, ਪ੍ਰਾਈਵੇਟ ਹਸਪਤਾਲ ਲੁੱਟ ਰਹੇ ਨੇ, ਸਿੱਖਿਆ ਪ੍ਰਣਾਲੀ ਖਤਮ ਹੋ ਚੁੱਕੀ ਹੈ, ਨਾਸ ਤਹਿਸ ਨਹਿਸ ਹੋ ਚੁੱਕੀ ਹੈ, ਬੇਰੁਜ਼ਗਾਰ ਸੜਕਾਂ ਤੇ ਫਿਰ ਰਹੇ ਨੇ, ਧੱਕੇ ਖਾ ਰਹੇ ਨੇ, ਵਿਹਲੇ ਲੋਕ ਵਿਚਾਰੇ ਫਿਰਦੇ ਨੇ ਆਲੇ ਦੁਆਲੇ, ਕਿਸਾਨੀ ਮੁੱਦੇ ਕਿੱਡੇ ਵੱਡੇ ਲੈਵਲ ਤੇ ਚਲਾ ਗਿਆ ਅੰਦੋਲਨ, ਮਹਿੰਗਾਈ ਵੱਧ ਗਈ, ਇਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਇਹ ਆਪਸ ਵਿੱਚ ਹੀ ਐ ਕਹਿ ਲਓ ਉਲਝੇ ਪਏ ਆ ਕਿ ਮੈਨੂੰ ਕੁਰਸੀ ਮਿਲ ਜੇ, ਮੈਂ ਸੀਐਮ ਬਣ ਜਾ, ਮੈਂ ਡਿਪਟੀ ਸੀਐਮ ਬਣ ਜਾ, ਕਿਤੇ 22 ਜਿੱਦਾਂ ਐ ਕਹਿ ਲਓ ਕਿ ਕਾਂਗਰਸ ਨੇ ਤਾਂ 2022 ਐ ਹੱਥਾਂ ਦੇ ਵਿੱਚ ਪਰੋਸ ਕੇ ਰੱਖ ਰਖੀ ਕਿ ਸਾਡੇ ਕੋਲ ਤਾਂ ਸਰਕਾਰ ਬਣੀ ਖੜੀ ਆ, ਇਹ ਲੋਕ ਸਾਡੇ ਮਗਰ ਸਾਡੇ ਜਿਹੜੇ ਇਹ ਹੁਣ ਦੁਬਾਰਾ ਫੇਰ ਵਾਅਦੇ ਕਰਨਗੇ ਜਾਂ ਭਰੋਸਾ ਦਿਵਾਉਣਗੇ ਜਾਂ ਲੋਕਾਂ ਨੂੰ ਭਰਮਾਂ 'ਚ ਪਾਉਣਗੇ, ਉਹਨਾਂ ਦੇ ਫੇਰ ਮਗਰ ਲੱਗ ਕੇ ਲੋਕ ਇਹਨਾਂ ਨੂੰ ਫੇਰ ਚੱਕ ਦੇਣਗੇ ਵੀ ਹਾਂ ਜੀ ਹਾਂ ਆ ਗਿਆ ਸਿੱਧੂ, ਆ ਗਿਆ ਤ੍ਰਿਪਤ ਰਜਿੰਦਰ ਬਾਜਵਾ, ਆ ਗਿਆ ਕੈਪਟਨ, ਆ ਗਿਆ ਜੀ, ਇਹ ਸਰਕਾਰ ਬਣਾ ਦੇਣਗੇ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਹੈ ਇਹ, ਲੋਕਾਂ ਨੂੰ ਉਹਨਾਂ ਦੇ ਜਿਹੜੇ ਮੁੱਦੇ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਸਮੱਸਿਆਵਾਂ ਨੇ ਉਹਨਾਂ ਤੋਂ ਪਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪਸ ਵਿੱਚ ਹੀ ਲੜੀ ਜਾ ਰਹੇ ਨੇ। ਚਾਹੀਦਾ ਤਾਂ ਇਹ ਸੀ ਕਿ ਜਿਹੜਾ ਥੋੜਾ ਹੁਣ ਕਿੰਨਾ ਸਮਾਂ ਇਹਨਾਂ ਨੇ ਵਿਅਰਥ ਗਵਾਤਾ। ਸਿੱਧੂ ਦੀ ਲੜਾਈ ਤੋਂ ਸ਼ੁਰੂ ਹੋਇਆ ਸੀ, ਬੇਅਦਬੀ ਦੇ ਮੁੱਦੇ ਤੋਂ ਸ਼ੁਰੂ ਹੋਇਆ ਸੀ, ਨਸ਼ੇ ਵਿੱਚ ਘੜੀਸਲੇ ਸਾਰਾ, ਅੱਜ ਸਾਰੇ ਮੁੱਦੇ ਕਿੱਥੇ ਗਏ ਨੇ? ਅੱਜ ਜੂ ਟਰਨ ਲੈ ਕੇ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਅਕਾਲੀ ਦਲ ਵਾਲੇ ਪਾਸੇ ਨੂੰ ਮੂੰਹ ਚੱਕ ਲਿਆ ਵੀ ਇੱਧਰਲੇ ਪਾਸੇ ਨੂੰ ਮਾਰੋ ਜੀ ਹਮਲਾ। ਕਿਉਂ? ਹਾਈ ਕਮਾਂਡ ਨੇ ਦਿਖਾਇਆ ਹੋਊਗਾ ਵੀ ਚੁੱਪ ਕਰ ਜਾ, ਨਹੀਂ ਤਾਂ ਜਿਹੜਾ ਉਹਦਾ ਮਿਲਿਆ ਉਹ ਵੀ ਲੈ ਲਾਂਗੇ। ਹੁਣ ਉਹ ਕੈਪਟਨ ਵਾਲਾ ਪਾਸਾ ਛੱਡ ਕੇ ਅਕਾਲੀ ਦਲ ਤੇ ਨਿਸ਼ਾਨੇ ਸਾਧਣ ਲੱਗ ਗਿਆ। ਤੁਹਾਨੂੰ ਕੱਲ ਪਤਾ ਹੀ ਹੈ, ਦੇਖੋ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਬਿਨਾਂ ਹੀ ਉੱਠ ਕੇ ਤੁਰ ਗਏ। ਸੋ ਕਹਿਣ ਦਾ ਭਾਵ ਇਹ ਹੈ ਵੀ ਇੰਨਾ ਸਮਾਂ ਲੜਾਈ ਸ਼ੁਰੂ ਹੋਈ ਸੀ ਬੇਅਦਬੀ ਦੇ ਮੁੱਦੇ ਤੇ, ਇੰਨਾ ਸਮਾਂ ਇਹਨਾਂ ਨੇ ਲੰਘਾਤਾ, ਪ੍ਰਧਾਨਗੀ ਲੈ ਲਈ, ਚੁੱਪ। ਇਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਐਂਡ ਪਾਰਟੀ ਜਿਹੜੀ ਹੋਰ ਕੱਢੀ ਹੋਈ ਹੈ, ਇਹਨਾਂ ਨੇ ਵੀ ਕੁਛ ਨਾ ਕੁਛ ਲੈਣਾ ਤੇ ਇਹ ਵੀ ਚੁੱਪ ਕਰ ਜਾਣਗੇ। ਕੈਪਟਨ ਨੇ 2022 ਦੇ ਵਿੱਚ ਆਪਣੀ ਅਗਵਾਈ ਦੇ ਵਿੱਚ ਚੋਣਾਂ ਲੜਨੀਆਂ ਚਾਹੁੰਦਾ, ਉਹਨੂੰ ਮਿਲ ਜਾਣਾ, ਉਹਨੇ ਵੀ ਚੁੱਪ ਕਰ ਜਾਣਾ। ਯਾਨੀ ਕਿ ਲੋਕਾਂ ਲਈ ਕੋਈ ਨਹੀਂ ਲੜ ਰਿਹਾ। ਆਪਸ ਵਿੱਚ ਕਾਂਗਰਸ ਦਾ ਫਰਜ਼ ਸੀਗਾ, ਸਰਕਾਰ ਹੈ, 2-4 ਮਹੀਨੇ ਰਹਿ ਗਏ, ਹੁਣ ਤਾਂ ਕੰਮ ਕਰ ਲੈਂਦੇ। ਹੁਣ ਤਾਂ ਪਤਾ ਹੈ ਕਿ ਲੋਕ ਮਗਰ ਲੱਗਣ ਲੱਗ ਗਏ, ਲੋਕ ਪੁੱਛਣ ਲੱਗ ਗਏ, ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਿਆ ਨੂੰ ਲੋਕ ਗੱਡੀਆਂ ਘੇਰਨ ਲੱਗ ਗਏ। ਤੇ ਹੁਣ ਤਾਂ ਸੰਭਲ ਜਾਓ, ਹੁਣ ਤਾਂ ਸੁਧਰ ਜਾਓ, ਹੁਣ ਤਾਂ ਲੋਕਾਂ ਦੀ ਗੱਲ ਕਰ ਲਓ। ਹੁਣ ਵੀ ਕੁਰਸੀ ਦੀ ਦੌੜ ਹੈ, ਮੇਰਾ ਮੁੰਡਾ, ਮੇਰਾ ਫਲਾਣਾ, ਮੇਰਾ ਭਤੀਜਾ, ਮੇਰਾ ਜਵਾਈ, ਅਸੀਂ ਸਾਰੇ ਬਸ ਰਾਜਨੀਤੀ 'ਚ ਆ ਜੀ ਐ ਸੋਚੀ ਫਿਰਦੇ ਨੇ। ਸੋ ਗੱਲ ਸਿਰਫ ਤੇ ਸਿਰਫ ਇਹੀ ਹੈ ਕਿ ਮੁੱਦਿਆਂ ਤੋਂ ਧਿਆਨ ਭਟਕਾ ਕੇ ਆਪਣੀ ਕੁਰਸੀ, ਆਪਣਾ ਅਹੁਦਾ ਤੇ ਆਪਣੀ ਪਾਵਰ ਦੁਬਾਰਾ ਹਥਿਆਉਣ ਦੀ ਕੋਸ਼ਿਸ਼ ਹੈ ਜੀ। ਜੀ ਪਰਮਿੰਦਰ ਜੀ, ਤੁਸੀਂ ਜ਼ਿਕਰ ਕੀਤਾ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪ੍ਰੈਸ ਕਾਨਫਰੰਸ ਦਾ, ਉਸ ਦੇ ਵਿੱਚ ਜਿੱਥੇ ਉਹ ਸ਼੍ਰੋਮਣੀ ਅਕਾਲੀ ਦਲ ਤੇ ਸ਼ਬਦੀ ਹਮਲਾ ਕਰਦੇ ਦਿਖਾਈ ਦਿੱਤੇ, ਉੱਥੇ ਹੀ ਇੱਕ ਘਟਨਾ ਜਿਹੀ ਵਾਪਰੀ ਜਿਸ ਦੀ ਆਲੋਚਨਾ ਜਿਹੜੀ ਚਾਰੇ ਪਾਸੇ ਹੋ ਰਹੀ ਹੈ, ਕਿਉਂਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਮੌੜ ਤੋਂ ਵਿਧਾਇਕ ਨੇ ਜਿਹੜੇ ਜਗਦੇਵ ਕਮਾਲੂ ਹੋਰੀ ਉਹ ਪਹੁੰਚੇ ਸਨ, ਪਰ ਜਿਹੜੇ ਨਾਗਰਾ ਸਾਹਿਬ ਨੇ ਉਹਨਾਂ ਨੇ ਕੁਰਸੀ ਤੇ ਉਹਨਾਂ ਨੂੰ ਬੈਠਣ ਨਹੀਂ ਦਿੱਤਾ। ਹੋਰ ਤਾਂ ਹੋਰ ਜਦੋਂ ਸਾਈਡ ਤੇ ਖੜੇ ਸੀ ਉੱਥੋਂ ਵੀ ਇਸ਼ਾਰੇ ਦੇ ਨਾਲ ਬਾਹਰ ਕਰ ਦਿੱਤਾ ਗਿਆ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਾਫੀ ਲੰਬੀ ਲੀਡ ਸੀ ਜਦੋਂ 2017 ਦੇ ਵਿੱਚ ਜਿਹੜੇ ਜਨਮੇਜਾ ਸਿੰਘ ਸੇਖੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਉਹਨਾਂ ਨੇ ਵੱਡੇ ਫਰਕ ਦੇ ਨਾਲ ਜਿਹੜੀ ਮਾਤ ਦਿੱਤੀ ਸੀ, ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਕਾਂਗਰਸ ਦੇ ਪ੍ਰਧਾਨਾਂ ਦਾ ਇਸ ਤਰ੍ਹਾਂ ਦੇ ਵਰਤਾਓ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਉੱਥੇ ਜਿਹੜੀ ਕੁਰਸੀ ਖਾਲੀ ਹੋਈ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਉਹ ਮੁਹੰਮਦ ਮੁਸਤਫਾ ਜਿਹੜਾ ਉੱਠ ਕੇ ਗਏ ਸੀ ਉੱਥੋਂ, ਤੇ ਉਹ ਤੋਂ ਬਾਅਦ ਜਗਦੇਵ ਕਮਾਲੂ ਦੀ ਐਂਟਰੀ ਹੁੰਦੀ ਹੈ ਤੇ ਉਹ ਕੁਰਸੀ ਬੈਠਣ ਲਈ ਠੀਕ ਕਰਦੇ ਆ, ਉਹ ਤੋਂ ਬਾਅਦ ਹੀ ਨਾਗਰਾ ਉਹਨੂੰ ਰੋਕ ਦਿੰਦੇ ਆ। ਤਾਂ ਮੇਰਾ ਖਿਆਲ ਨਾਲ ਸ਼ਾਇਦ ਨਾਗਰਾ ਸਾਹਿਬ ਨੇ ਇਹ ਨਿੱਜੀ, ਆਪਾਂ ਕਹਿ ਸਕਦੇ ਕਿ ਇਹ ਮੇਰੀ ਸੋਚ ਹੈ ਕਿ ਉਹਨੂੰ ਕਿਹਾ ਹੋਵੇ ਸ਼ਾਇਦ ਬਿਨਾਂ ਦੱਸੇ ਮੁਹੰਮਦ ਮੁਸਤਫਾ ਚਲੇ ਗਏ ਵੀ ਉਹਨੇ ਆ ਕੇ ਬੈਠਣਾ, ਕਿਉਂਕਿ ਸੰਗਠਨ ਦੀ ਮੀਟਿੰਗ ਸੀ, ਸੰਗਠਨ ਦੀ ਪ੍ਰੈਸ ਕਾਨਫਰੰਸ ਸੀ, ਕੋਈ ਸਰਕਾਰੀ ਜਾਂ ਸਰਕਾਰ ਦੀ ਗੱਲ ਕਰਨ ਵਾਲੇ ਉੱਥੇ ਨਹੀਂ ਸੀ ਬੈਠੇ, ਤੇ ਕਾਂਗਰਸ ਦੇ ਸੰਗਠਨ ਦੀ ਮੀਟਿੰਗ ਸੀਗੀ। ਉਹ ਹੋ ਸਕਦਾ ਉਹਦੇ ਕਰਕੇ ਉਹਨਾਂ ਨੇ ਮਨਾ ਕੀਤਾ ਹੋਊਗਾ। ਪਰ ਇੱਕ ਵਿਧਾਇਕ ਦੇ ਤੌਰ ਤੇ ਜੇ ਉਹ ਆ ਵੀ ਗਏ ਸੀ ਤਾਂ ਇੱਕ ਜੇ ਕੱਲ ਦੁਬਾਰਾ ਫੇਰ ਮੁਹੰਮਦ ਮੁਸਤਫਾ ਆਉਂਦੇ ਤਾਂ ਇੱਕ ਨਵੀਂ ਕੁਰਸੀ ਲੱਗ ਸਕਦੀ ਸੀ ਕਿ ਇੱਕ ਕੁਰਸੀ ਹੋਰ ਦੇ ਦਿਓ ਨਾਲ, ਜਾਂ ਕਮਾਲੂ ਵਾਸਤੇ ਹੀ ਕੁਰਸੀ ਮੰਗਾਈ ਜਾ ਸਕਦੀ ਸੀਗੀ ਕਿ ਇੱਥੇ ਰੱਖ ਦਿਓ ਨਾਲ, ਵੀ ਇੱਥੇ ਮੁਸਤਫਾ ਨੇ ਆ ਕੇ ਬੈਠਣਾ ਤਾਂ ਉਹ ਬੈਠ ਜਾਣਗੇ। ਸੋ ਗੱਲ ਇੰਨੀ ਕੁ ਤਾਂ ਹੈ ਸੀ, ਪਰ ਇੱਥੇ ਜਿਹੜਾ ਹੁਣ ਇਹਦੇ ਤੇ ਸਿਆਸਤ ਤਾਂ ਹੋਣੀ ਜ਼ਰੂਰੀ ਸੀਗੀ, ਕਿਉਂਕਿ ਕਮਾਲੂ ਪਾਰਟੀ ਛੱਡ ਕੇ ਦੂਜੀ ਕਾਂਗਰਸ ਦੇ ਵਿੱਚ ਐਂਟਰੀ ਹੋਈ ਆ, ਤੇ ਇਹਦੇ ਨਾਲ ਇੱਕ ਸੁਨੇਹਾ ਇਹ ਵੀ ਜਾਂਦਾ ਕਿ ਜਿਹੜੇ ਕਾਂਗਰਸ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਆ ਕੇ ਬੈਠ ਰਹੇ ਨੇ, ਵਿਧਾਇਕ ਬਣ ਰਹੇ ਨੇ, ਤਾਂ ਉਹਨਾਂ ਦੇ ਲਈ ਸ਼ਾਇਦ
ਦੂਜੇ ਵਿਧਾਇਕਾਂ 'ਚ ਜਾਂ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਨੇ ਕਾਂਗਰਸੀ, ਉਹਨਾਂ ਦੇ ਦਿਲਾਂ ਦੇ ਵਿੱਚ ਕੋਈ ਥਾਂ ਨਹੀਂ ਹੈਗੀ, ਜਾਂ ਉਹ ਮੰਨਦੇ ਨਹੀਂ ਕਿ ਇਹ ਤਾਂ ਦੂਜੇ ਕੱਲ੍ਹ ਆਏ ਨੇ, ਅੱਜ ਇੱਥੇ ਸੀਟਾਂ ਲੈ ਕੇ ਬੈਠ ਰਹੇ ਨੇ, ਸਾਹਮਣੇ ਸਾਡੇ ਬਰਾਬਰ ਆ ਕੇ ਬੈਠ ਰਹੇ ਨੇ, ਉਹ ਵੀ ਗੱਲ ਹੋ ਸਕਦੀ ਹੈ। ਇੱਕ ਦੂਜਾ ਆਪਾਂ ਕਹਿ ਲਓ ਕਿ ਜਿੱਦਾਂ ਇੱਕ ਖੇਮਾ ਬਣਿਆ ਹੋਇਆ ਹੈ ਕਿ ਇੱਕ ਸਿੱਧੂ ਦਾ ਖੇਮਾ ਹੈ ਤੇ ਇੱਕ ਕੈਪਟਨ ਅਮਰਿੰਦਰ ਸਿੰਘ ਦਾ ਧੜਾ, ਤੇ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨਾਲ ਸੰਬੰਧਿਤ ਹੈਗਾ ਕਮਾਲੂ, ਹੈਲੀਪੈਡ ਦੇ ਉੱਤੇ ਨੇ ਜੁਆਇਨ ਕੀਤਾ ਸੀਗਾ ਜਾ ਕੇ ਖਹਿਰਾ ਸਾਹਿਬ ਦੇ ਨਾਲ। ਤਾਂ ਉਹ ਜਿਹੜੀ ਹੈਗੀ ਹੈ ਇੱਕ ਵੀ ਸ਼ਾਇਦ ਉਹਦੇ ਤੇ ਵੀ ਇੱਕ ਤੰਜ ਕਹਿ ਲਓ ਕਿ ਇੱਦਾਂ ਬੈਠਣ ਮਨਾ ਕਰਤਾ, ਜਿਹੜਾ ਉਹ ਤੋਂ ਇੱਕ ਤੰਜ ਸੀਗਾ ਕਿ ਤੁਸੀਂ ਉਸ ਖੇਮੇ ਦੇ ਬੰਦੇ ਹੋ, ਇੱਥੇ ਤੁਹਾਡੀ ਕੋਈ ਥਾਂ ਨਹੀਂ ਹੈ। ਤੇ ਦੂਜੀ ਗੱਲ ਉਹਨਾਂ ਲੋਕਾਂ ਦੇ ਲਈ ਵੀ ਹੈਗੇ ਜਿਹੜੇ ਇੱਦਾਂ ਦਲ ਬਦਲਦੇ ਨੇ। ਕਾਂਗਰਸ ਦਾ ਪਹਿਲਾਂ ਇਹ ਰਿਹਾ ਹੀ ਆ, ਚਾਹੇ ਅਕਾਲੀ ਦਲ ਵੀ ਦੇਖ ਲਓ ਤੁਸੀਂ, ਜਦੋਂ ਦੂਜੀਆਂ ਪਾਰਟੀਆਂ 'ਚੋਂ ਆ ਕੇ ਇਹ ਕੋਈ ਬੰਦੇ ਰਲਦੇ ਨੇ ਤਾਂ ਪਹਿਲਾਂ ਤਾਂ ਇਹ ਹੱਥਾਂ 'ਤੇ ਚੱਕ ਲੈਂਦੇ ਨੇ, ਉਸ ਤੋਂ ਬਾਅਦ ਉਹਦਾ ਕੈਰੀਅਰ ਜਿਹੜਾ ਹੈਗਾ ਬਹੁਤਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਨਹੀਂ ਵੱਧ ਸਕਿਆ। ਉਹ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਹੋਵੇ, ਚਾਹੇ ਦੂਜਾ ਕੋਈ ਵੀ ਧੜਾ ਹੋਵੇ, ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਜਦੋਂ ਤੱਕ ਇਹ ਉੱਚੇ ਅਹੁਦੇ 'ਤੇ ਬੈਠੇ ਨੇ ਤਾਂ ਦੂਜਾ ਬੰਦਾ ਆ ਕੇ ਕੋਈ ਹੋਰ ਪਾਰਟੀ ਦੇ ਵਿੱਚੋਂ ਆ ਕੇ ਤੇ ਇੱਦਾਂ ਵੱਡੀ ਪੋਜੀਸ਼ਨ ਨਹੀਂ ਲੈ ਸਕਦਾ। ਇਹਨਾਂ ਦੇ ਹੁੰਦੇ ਸੁਣਦੇ ਕਹਿ ਲਓ ਆਪਾਂ, ਤਾਂ ਉਹਨਾਂ ਲੋਕਾਂ ਲਈ ਇੱਕ ਸਬਕ ਵੀ ਹੈਗਾ ਕਹਿ ਲਓ ਵੀ ਜਿਹੜੇ ਲੋਕ ਪਾਰਟੀਆਂ ਬਦਲ ਕੇ ਇਸ ਤਰ੍ਹਾਂ ਲੋਕਾਂ ਨੂੰ ਧੋਖਾ ਦੇ ਕੇ ਆਪ ਜਿੱਤ ਜਾਂਦੇ ਨੇ ਪਹਿਲਾਂ, ਫਿਰ ਦੂਜੀ ਪਾਰਟੀ ਜਿੱਧਰ ਫਾਇਦਾ ਦਿਖਦਾ ਉੱਧਰ ਜਾ ਕੇ ਛਾਲ ਮਾਰ ਲੈਂਦੇ ਨੇ, ਲੋਕਾਂ ਦੀ ਗੱਲ ਨਹੀਂ ਕਰਦੇ। ਤਾਂ ਉਹਨਾਂ ਨਾਲ ਕਿੱਦਾਂ ਦਾ ਵਰਤਾਓ ਹੁੰਦਾ ਦੂਜੀਆਂ ਪਾਰਟੀਆਂ ਜਿਹਨਾਂ ਜੁਆਇਨ ਕਰਿਆ ਹੁੰਦਾ ਜਿਨ੍ਹਾਂ ਨੂੰ ਉਹਨਾਂ ਨੇ, ਤਾਂ ਉਹਨਾਂ ਦੇ ਵਿੱਚ ਉਹ ਕਿੱਦਾਂ ਦੇ ਉਹਨਾਂ ਨਾਲ ਵਰਤਾਅ ਕਰਦੇ ਨੇ ਜਾਂ ਕਿੱਦਾਂ ਦਾ ਉਹਨਾਂ ਦਾ ਬਿਹੇਵੀਅਰ ਹੁੰਦਾ ਹੈ ਉਹਨਾਂ ਪ੍ਰਤੀ, ਉਹ ਸਾਰਾ ਕੁਛ ਸਪਸ਼ਟ ਗੱਲ ਨਜ਼ਰ ਆਇਆ। ਪਰ ਇੱਕ ਵਿਧਾਇਕ ਦੇ ਤੌਰ ਤੇ ਦੇਖਿਆ ਜਾਵੇ, ਜੇ ਇੱਕ ਲੋਕਤੰਤਰ ਇੱਕ ਜਿਹੜੀ ਵਿਧੀ ਕਹਿ ਲਓ ਜਾਂ ਵਿਧਾਨ ਕਰ ਜਿਹਦੇ ਤਹਿਤ ਚੁਣਿਆ ਗਿਆ ਬੰਦਾ, ਤਾਂ ਜੇ ਉਹਦੇ ਤਹਿਤ ਦੇਖਿਆ ਜਾਵੇ ਤਾਂ ਇਹ ਕਹਿ ਸਕਦੇ ਹਾਂ ਵੀ ਇਹ ਬਦਸਲੂਕੀ ਜੀ ਹੋਈ ਹੈ ਇੱਕ ਤਰ੍ਹਾਂ ਦੀ। ਇੱਕ ਵਿਧਾਇਕ ਨਾਲ ਲੋਕਾਂ ਦਾ ਨੁਮਾਇੰਦਾ ਸੀ, ਚਾਹੇ ਕੋਈ ਸੀ ਆਪਾਂ ਕਹਿ ਲਓ, ਤੇ ਉਹਨੂੰ ਬੈਠਣ ਦੀ ਥਾਂ ਦੇ ਦੇਣੀ ਚਾਹੀਦੀ ਸੀ ਜਦੋਂ ਆਏ ਹੈ, ਜਾਂ ਫਿਰ ਉੱਥੇ ਪਹਿਲਾਂ ਹੀ ਅਨਾਉਂਸ ਕਰਿਆ ਜਾਂਦਾ ਕਿ ਸੰਗਠਨ ਦੀ ਮੀਟਿੰਗ ਹੈ, ਇਹਦੇ ਵਿੱਚ ਕੋਈ ਵਿਧਾਇਕ ਵਗੈਰਾ ਜਿਹੜਾ ਹੈਗਾ ਉਹ ਨਾ ਸ਼ਾਮਲ ਹੋਵੇ, ਕਿਉਂਕਿ ਬਾਕੀ ਦੇ ਸਾਰੇ ਉਹਨਾਂ ਦੇ ਧੜੇ ਦੇ ਬੈਠੇ ਸੀ ਜਾਂ ਸੰਗਠਨ ਦੇ ਬੰਦੇ ਬੈਠੇ ਸੀ ਜਿਨ੍ਹਾਂ ਦੀ ਹਾਈ ਕਮਾਂਡ ਵੱਲੋਂ ਡਿਊਟੀ ਲੱਗੀ ਹੈ। ਤੇ ਉਹ ਸਮਝ ਤੋਂ ਬਾਹਰ ਹੈ ਕਿ ਰੋਕਿਆ ਕਿਉਂ ਗਿਆ, ਤੇ ਉਹ ਸਥਿਤੀ ਸਪਸ਼ਟ ਕਰਨ ਵਾਸਤੇ ਤੁਸੀਂ ਮੇਰੇ ਖਿਆਲ ਨਾਗਰਾ ਸਾਹਿਬ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸੰਪਰਕ ਨਹੀਂ ਹੋ ਪਾਇਆ ਹੈਗਾ। ਸੋ ਸਥਿਤੀ ਜਿਹੜੀ ਹੈਗੀ ਹੈ ਹਾਲੇ ਫਿਲਹਾਲ ਉਹਦੇ ਬਾਰੇ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੈਗੀ ਕਿ ਕਿਉਂ ਰੋਕਿਆ ਗਿਆ, ਕਾਰਨ ਕੀ ਸੀ। ਪਰ ਹਾਂ ਇਹ ਜ਼ਰੂਰ ਹੈ ਸੋਸ਼ਲ ਮੀਡੀਆ ਦੇ ਉੱਤੇ ਜਾਂ ਚੈਨਲਾਂ ਅਖਬਾਰਾਂ ਦੇ ਵਿੱਚ ਖਬਰ ਸੁਰਖੀਆਂ ਬਣ ਕੇ ਉੱਠੀ ਹੈ। ਜੀ ਪਰਮਿੰਦਰ ਜੀ, ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਵੱਖ-ਵੱਖ ਸਾਨੂੰ ਮੋੜ ਦੇਖਣ ਨੂੰ ਮਿਲ ਰਹੇ ਨੇ, ਹੁਣ ਇੱਕ ਨਵਾਂ ਮੋੜ ਇਹ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਕਮੇਟੀ ਬਣਾਈ ਗਈ ਹੈ ਹਰਿਆਣਾ ਤੇ ਜਿਹੜਾ ਦਿੱਲੀ ਬਾਰਡਰ ਨੂੰ ਖੁਲਾਉਣ ਦੇ ਲਈ, ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ। ਇਹ ਸਾਰੇ ਕਦਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕੀ ਲੱਗਦਾ ਕਿ ਮੋਦੀ ਸਰਕਾਰ ਆਪਣਾ ਜ਼ੋਰ ਅਜਮਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ, ਕਿਸਾਨ ਜਥੇਬੰਦੀਆਂ ਨੂੰ ਉਠਾਇਆ ਜਾ ਸਕੇ? ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਹਰਿਆਣਾ ਦੇ ਵਿੱਚ ਸੁਖਵਿੰਦਰ ਜੀ ਬੜੇ ਵੱਡੇ ਲੈਵਲ ਦੇ ਉੱਤੇ ਕਹਿ ਲਓ ਬਈ ਸੰਘਰਸ਼ ਨੂੰ ਤਾਰ ਪਿੱਡੋ ਕਰਨ ਦੀਆਂ ਸਾਜ਼ਿਸ਼ਾਂ ਚਾਲਾਂ ਜਿਹੜੀਆਂ ਹੈਗੀਆਂ ਉਹ ਚੱਲੀਆਂ ਜਾਂਦੀਆਂ ਨੇ, ਬਣਤਰਾਂ ਬਣ ਰਹੀਆਂ ਨੇ, ਨਵੀਆਂ ਹੋਰ ਯੋਜਨਾਵਾਂ ਬਣ ਰਹੀਆਂ ਨੇ ਕਿ ਕਿਸੇ ਤਰ੍ਹਾਂ ਘੇਰਿਆ ਜਾਵੇ। ਇਹ ਅੱਗੇ ਆਪਾਂ ਕਹਿ ਲਓ ਕਿ ਸਿਖਰਲੀ ਅਦਾਲਤ ਦਾ ਜਿਹੜਾ ਹੁਕਮ ਹੈ ਉਹਨੂੰ ਲੈ ਕੇ ਹਰਿਆਣਾ ਸਰਕਾਰ ਨੇ ਇੱਕ ਹਾਈ ਪਾਵਰ ਕਮੇਟੀ ਬਣਾਈ ਹੈ, ਰਾਜ ਪੱਧਰੀ ਕਮੇਟੀ ਹੈ ਜਿਹੜੀ ਹਾਈ ਪਾਵਰ ਕਮੇਟੀ। ਉਹਦੇ ਵਿੱਚ ਮੁੱਖ ਸਕੱਤਰ ਹੈ ਪੁਲਿਸ ਮੁਖੀ ਨੇ, ਔਰ ਖਾਸ ਕਰਕੇ DGP ਕਾਨੂੰਨ ਤੇ ਵਿਵਸਥਾ ਜਿਹੜੇ ਹੈਗੇ ਉਹਨਾਂ ਨੂੰ ਨਾਲ ਲਿਆ। ਉਹਨਾਂ ਦੀ ਇੱਕ ਹਾਈ ਪਾਵਰ ਕਮੇਟੀ ਬਣਾ ਕੇ ਉਹ ਭੇਜੀ ਗਈ ਹੈ, ਭੇਜੀ ਜਾਣੀ ਹੈ ਕਿਸਾਨ ਮੋਰਚੇ ਦੇ ਵਿੱਚ। ਉੱਥੇ ਕਿਹਾ ਜਾਣਾ ਕਿ ਉਹਨਾਂ ਨਾਲ ਸੰਵਾਦ ਕਰਿਆ ਜਾਵੇ, ਇੱਕ ਰਸਤਾ ਖਾਲੀ ਕਰਾਇਆ ਜਾਵੇ ਤਾਂ ਕਿ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਸੁਪਰੀਮ ਕੋਰਟ ਨੇ ਜਿਹੜਾ ਹਵਾਲਾ ਦੇ ਕੇ ਕਿਹਾ ਕਿ ਰਸਤਾ ਖੁੱਲ੍ਹਿਆ ਜਾਵੇ, ਉਹਨਾਂ ਨੂੰ ਬੇਨਤੀ ਕਰਕੇ ਕਿਸਾਨਾਂ ਨੂੰ ਤਾਂ ਉਹ ਖੁਲਾਇਆ ਜਾਵੇ। ਹਾਲਾਂਕਿ ਜਿਹੜਾ ਸਪਸ਼ਟ ਵੀ ਹੈਗਾ ਕਿ ਕਿਸਾਨਾਂ ਵੱਲੋਂ ਰਸਤੇ ਨਹੀਂ ਰੋਕੇ ਗਏ, ਉਹ ਪਹਿਲਾਂ ਹੀ ਸਪਸ਼ਟ ਕਰ ਰਹੇ ਨੇ ਕਿ ਕੋਈ ਜ਼ਰੂਰੀ ਐਮਰਜੈਂਸੀ ਵੀ ਹੁੰਦਾ ਤਾਂ ਵੀ ਕੋਈ ਜਾਣ ਨੂੰ ਕੋਈ ਐਡੀ ਔਖਾਈ ਨਹੀਂ ਹੈਗੀ, ਜਾਂਦਾ ਹੈ, ਐਂਬੂਲੈਂਸਾਂ ਵਗੈਰਾ ਜਾ ਰਹੀਆਂ ਨੇ ਸਾਰੀਆਂ। ਇਹਨਾਂ ਨੇ ਆਪਦੀ ਬੈਰੀਕੇਡਿੰਗ ਕੀਤੀ ਹੋਈ ਹੈ ਉੱਥੇ। ਜਾਂ ਹਰਿਆਣਾ ਦੇ ਵਿੱਚੋਂ ਜਿਹੜਾ ਰਸਤਾ ਜਾਂਦਾ ਦਿੱਲੀ ਨੂੰ, ਉਹਦੇ 'ਤੇ ਵੀ ਜਿਹੜਾ ਹੈਗਾ ਕਿਸਾਨ ਇੱਕ ਪਾਸੇ ਵਾਲਾ ਰਾਹ ਖੋਲ੍ਹ ਹੀ ਬੈਠੇ ਨੇ, ਜਾਂ ਕੋਈ ਇੱਦਾਂ ਦਾ ਕੋਈ ਜਿਹੜਾ ਵਿਚਲਾ ਰਸਤਾ ਹੈਗਾ ਕੋਈ ਜਾਣ ਨੂੰ ਹੈ, ਆਵਾਜਾਈ ਤਾਂ ਪੂਰਨ ਤੌਰ 'ਤੇ ਬੰਦ ਨਹੀਂ ਹੈ। ਤੋ ਆਪਾਂ ਕਹਿ ਦਈਏ ਕਿ ਇੱਕ ਹਰਿਆਣਾ ਸਰਕਾਰ ਦਾ ਇੱਕ ਨਵਾਂ ਯੋਜਨਾ ਤਹਿਤ ਜਿਹੜਾ ਤਰੀਕਾ ਅਪਣਾਇਆ ਜਾਣਾ ਕਿ ਕਿਸੇ ਤਰੀਕੇ ਨਾਲ ਸੰਘਰਸ਼ ਨੂੰ ਇੱਕ ਸਾਈਡ 'ਤੇ ਕਰਦਾ ਜਾਵੇ, ਜਿੱਥੇ ਬੈਠੇ ਰਹਿਣ ਦਿਓ, ਇਹਨਾਂ ਨੂੰ ਅੱਗੇ ਵਧਣ ਨਾ ਦਿਆ ਜਾਵੇ।
ਤੇ ਉੱਥੇ ਹੀ ਸਾਈਡ ਤੇ ਕਰਦੀ ਇਹਨਾਂ ਨੂੰ, ਜਾਂ ਇਹ ਬੈਠੇ ਨੇ ਤਾਂ ਬੈਠੇ ਰਹਿਣ, ਇਹਨਾਂ ਦਾ ਕੋਈ ਲੋਕਾਂ ਨੂੰ ਕੋਈ ਫਰਕ ਨਾ ਪਵੇ। ਉਹ ਯੋਜਨਾ ਜਿਹੜੀ ਹੈਗੀ ਹੁਣ ਕੋਰਟ ਦਾ ਸਹਾਰਾ ਲੈ ਕੇ ਨਵੀਂ ਯੋਜਨਾਬੰਦੀ ਤਿਆਰ ਕੀਤੀ ਜਾ ਰਹੀ ਹੈ। ਨਾਲ ਹੀ ਦੇਖੋ ਇੱਕ ਪਾਸੇ ਤਾਂ ਪਾਵਰ ਕਮੇਟੀ ਬਣਾ ਕੇ ਸੰਵਾਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਜਾ ਕੇ ਬੇਨਤੀ ਕਰੀ ਜਾਵੇ। ਦੂਜੇ ਪਾਸੇ ਅਨਿਲ ਵਿਜ ਦਾ ਬਿਆਨ ਆਉਂਦਾ ਹੈ ਕਿ ਇਹ ਹੁਣ ਕਿਸਾਨ ਮੋਰਚਾ ਨਹੀਂ, ਇਹ ਗਦਰ ਹੋ ਗਿਆ, ਇਹ ਗਦਰ ਕਿਹਾ ਜਾਵੇ ਇਹਨੂੰ, ਇਹ ਗਦਰ ਹੈ, ਇਹ ਅੰਦੋਲਨ ਨਹੀਂ ਹੈਗਾ, ਇਹ ਗਦਰ ਹੈ। ਇਹ ਕਹਿੰਦਾ ਕਿਸਾਨ ਉਹ ਕਿਰਪਾਨਾਂ ਲੈ ਕੇ ਲਾਠੀਆਂ ਲੈ ਕੇ ਥੋੜ੍ਹੀ ਕੋਈ ਅੰਦੋਲਨ ਹੁੰਦੇ ਨੇ, ਜਾਂ ਸੜਕਾਂ ਥੋੜ੍ਹੀ ਰੋਕੀ ਜਾਂਦੇ। ਤੁਸੀਂ ਸੜਕਾਂ ਰੋਕਦੇ ਨੰਗੇ ਧੜ ਹੋ ਕੇ ਤੁਸੀਂ ਜਾਮ ਲਾਉਂਦੇ ਹੋ। ਜਦੋਂ ਭਾਜਪਾ ਲਾਉਂਦੀ ਸੀ ਉਦੋਂ ਕੀ ਸੀ? ਉਦੋਂ ਲੋਕਾਂ ਨੂੰ ਖੁਆਈ ਨਹੀਂ ਸੀ ਹੁੰਦੀ। ਉਹ ਤੁਸੀਂ ਕਰੋ ਤਾਂ ਸਾਰਾ ਕੁਛ ਠੀਕ। ਜਾਣੀ ਕਿ ਕਹਿਣ ਦਾ ਭਾਵ ਇਹ ਹੈ ਕਿ ਆਪਣੇ ਤੇ ਆਉਂਦੀ ਹੈ ਤਾਂ ਸਭ ਕੁਛ ਠੀਕ ਹੁੰਦਾ। ਆਪ ਜੋ ਮਰਜ਼ੀ ਬੋਲੋ, ਆਪ ਜੋ ਮਰਜ਼ੀ ਕਰੋ, ਸੜਕਾਂ ਪੱਟ ਦਿਓ, ਕੋਈ ਦਫਾ ਨਹੀਂ ਲੱਗਦੀ, ਕੋਈ ਧਾਰਾ ਨਹੀਂ ਲੱਗਦੀ, ਠੀਕ ਹੈ, ਕੋਈ ਪ੍ਰੋਪਰਟੀ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਨਹੀਂ ਗਿਣਿਆ ਜਾਂਦਾ। ਲੇਕਿਨ ਜੇ ਦੂਜਾ ਬੰਦਾ ਹੱਕ ਮੰਗਣ ਵਾਲਾ ਕੋਈ ਸੰਘਰਸ਼ ਕਰਨ ਲੱਗ ਜੇ ਤਾਂ ਉਹ 'ਤੇ ਦੇਸ਼ ਧਰੋਹ ਦਾ ਪਰਚਾ ਵੀ ਦੇ ਦਿਓ, ਉਹਨੂੰ ਅੱਤਵਾਦੀ ਵੀ ਕਹਿ ਦਿਓ, ਉਹਨੂੰ ਉਹਦੇ 'ਤੇ ਉਹ ਪਬਲਿਕ ਪ੍ਰੋਪਰਟੀ ਨੁਕਸਾਨ ਕਰਨ ਦੀ ਧਾਰਾ ਲਾ ਦਿਓ, ਸਾਰੀਆਂ ਧਾਰਾਵਾਂ ਲਾ ਕੇ ਚੱਕ ਕੇ ਅੰਦਰ ਕਰ ਦਿਓ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਾਰੀਆਂ ਕਿਸਾਨ ਅੰਦੋਲਨ ਨੂੰ ਅਪਣਾਈਆਂ ਜਾ ਰਹੀਆਂ ਨੇ। ਜਿਹੜੀਆਂ ਚੀਜ਼ਾਂ ਹਰਿਆਣਾ ਸਰਕਾਰ ਵੱਲੋਂ ਸਾਰੀਆਂ ਕਿਸਾਨ ਅੰਦੋਲਨ ਨੂੰ ਤਾਰ ਪਿੱਡੋ ਕਰਨ ਵਾਸਤੇ ਹੀ ਨੇ। ਜੀ ਪਰਮਿੰਦਰ ਜੀ, ਇੱਕ ਚੀਜ਼ ਹੋਰ ਹੈ, ਜਿਹੜੇ ਬੀਜੇਪੀ ਦੇ ਨਵ ਨਿਯੁਕਤ ਬੁਲਾਰਾ ਨੇ ਹਰਿੰਦਰ ਕਾਲੋ ਹੋਰਾਂ ਦਾ ਜਿਹੜਾ ਬਿਆਨ ਆਇਆ ਸੀ, ਜਿਸ ਦੇ ਵਿੱਚ ਉਹ ਕਹਿੰਦੇ ਸਨ ਕਿ ਜਿਹੜਾ ਵਿਅਕਤੀ ਮੇਰੇ ਘਰ ਦੇ ਵਿੱਚ ਗੋਹਾ ਸਿੱਟ ਕੇ ਜਾਏਗਾ ਉਹ ਜਿਉਂਦਾ ਨਹੀਂ, ਮਰ ਕੇ ਜਾਵਾਂਗੇ। ਤੇ ਕਹਿੰਦਾ ਵੀ ਮੰਜਾ ਤੇ ਜਿਹੜੀ ਚਿੱਟੀ ਚਾਦਰ ਉਹ ਨਾਲ ਲੈ ਕੇ ਆਇਓ। ਉਹਨਾਂ ਦੀ ਜਿਹੜੀ ਮੰਗ ਹੈ ਹੁਣ ਕਿਸਾਨਾਂ ਨੇ ਪੂਰੀ ਕਰ ਦਿੱਤੀ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਗੋਹਾ ਸੁੱਟ ਆਏ ਨੇ। ਪਰ ਸਵਾਲ ਇੱਥੇ ਇਹ ਹੈ ਕਿ ਇੱਕ ਐਡੀ ਵੱਡੀ ਪਾਰਟੀ ਦਾ ਨੁਮਾਇੰਦਾ ਹੁੰਦੇ ਹੋਏ, ਇੱਕ ਅਹੁਦੇ ਤੇ ਹੁੰਦੇ ਹੋਏ ਇਸ ਤਰ੍ਹਾਂ ਦੇ ਗੈਰ ਲੋਕਤੰਤਰਿਕ ਬਿਆਨ ਦੇਣੇ ਕਿੰਨੇ ਕੁ ਜਾਇਜ਼ ਨੇ? ਕਿਸ ਵੱਲ ਬੀਜੇਪੀ ਅੰਦੋਲਨ ਨੂੰ ਲੈ ਕੇ ਜਾਣਾ ਚਾਹੁੰਦੀ ਹੈ, ਕੀ ਕਰਨਾ ਚਾਹੁੰਦੀ ਹੈ ਅਸਲ ਦੇ ਵਿੱਚ? ਇੰਨੇ ਭੜਕਾਊ, ਕਿਉਂਕਿ ਹਰਜੀਤ ਗਰੇਵਾਲ ਮੰਨਿਆ ਜਾਂਦਾ ਸੀ ਕਿ ਬਹੁਤ ਭੜਕਾਊ ਨੇ, ਹੁਣ ਜਿਹੜੇ ਕਾਲੋ ਸਾਹਿਬ ਦੇ ਬਿਆਨ ਨੇ ਉਹ ਉਸ ਤੋਂ ਵੀ 2 ਕਦਮ ਅੱਗੇ ਨੇ। ਸਾਰੇ ਘਟਨਾਕ੍ਰਮ ਨੂੰ ਜੋ ਹੁਣ ਤੱਕ ਹੋਇਆ, ਕਿਸਾਨਾਂ ਨੇ ਕੱਲ ਉਹਨਾਂ ਦੇ ਘਰ ਦੇ ਮੂਹਰੇ ਨਾਅਰੇਬਾਜ਼ੀ ਵੀ ਕੀਤੀ, ਗੋਹਾ ਵੀ ਸੁੱਟਿਆ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਇਹਦੇ ਵਿੱਚ ਕੋਈ ਖਾਸ ਗੱਲ ਤਾਂ ਹੈ ਨਹੀਂ। ਗੱਲਾਂ 2 ਹੁੰਦੀਆਂ ਨੇ, ਇੱਕ ਤਾਂ ਹੈਗਾ ਪਾਵਰ ਦਿਖਾਉਣੀ। ਹੁਣ ਇਹ ਬੰਦੇ ਕੁਝ ਵੀ ਬੋਲੀ ਜਾਣ, ਭਾਜਪਾ ਵਾਲੇ, ਇਹਨਾਂ ਦੇ ਪਰਚਾ ਕੌਣ ਦੇਗਾ? ਸੈਂਟਰ ਦੇ ਵਿੱਚ ਬੈਠੇ ਆਪਣੀ ਪਾਵਰ ਦਿਖਾ ਰਹੇ ਨੇ। ਇਹਨਾਂ ਨੂੰ ਲੋਕਾਂ ਦੀ ਥੋੜ੍ਹੀ ਪਰਵਾਹ ਹੈ। ਜੇ ਲੋਕਾਂ ਦੀ ਪਰਵਾਹ ਹੁੰਦੀ ਤਾਂ ਉਹ ਦਿੱਲੀ ਬੈਠੇ ਬਰੂਹਾਂ ਦੇ ਉੱਤੇ ਦਿਖਦੇ ਨਹੀਂ ਕਿਸੇ ਨੂੰ, ਕਿਹਨੂੰ ਨਹੀਂ ਦਿਖਦੇ। ਤੇ ਉਹ ਚੀਜ਼ਾਂ ਜਿਹੜੀਆਂ ਹੈਗੇ, ਇੱਕ ਤਾਂ ਇਹ ਪਾਵਰ ਦਾ ਇਹਨਾਂ ਨੂੰ ਐਡਾ ਹੰਕਾਰ ਹੋ ਗਿਆ ਕਿ ਲੋਕਾਂ ਦੇ ਸਿਰ ਭੰਨਣ, ਲੋਕਾਂ ਨੂੰ ਮਾਰਨ ਤੱਕ ਦੀਆਂ ਧਮਕੀਆਂ ਦੇ ਰਹੇ ਨੇ ਸਿੱਧੀਆਂ। ਇਹਨਾਂ ਤੇ ਕੋਈ ਕਾਰਵਾਈ ਨਹੀਂ ਹੈਗੀ। ਲੋਕ ਮਾੜਾ ਮੋਟਾ ਕੋਈ ਇਹਨਾਂ ਦੇ ਵਿਰੁੱਧ ਬੋਲਦੇ ਤੇ ਦੇਸ਼ ਧਰੋਹ ਦਾ ਪਰਚਾ ਦੇ ਕੇ ਅੰਦਰ ਕਰ ਦਿੰਦੇ ਆ, ਜ਼ਮਾਨਤ ਤੱਕ ਨਹੀਂ ਹੁੰਦੀ ਹੈਗੀ। ਉਹ ਚਾਹੇ ਬਾਅਦ ਵਿੱਚ ਵਿਚਾਰਾ ਹਰਾਸਮੈਂਟ ਹੋਇਆ, 4-6 ਮਹੀਨੇ ਲਾ ਕੇ ਜੇਲ੍ਹ 'ਚ ਅਦਾਲਤ ਇਨਸਾਫ ਦੇ ਦੇਵੇ, ਉਹਨੂੰ ਕਿਤੇ ਬਰੀ ਕਰ ਦੇਵੇ, ਵੱਖਰੀ ਗੱਲ ਹੈ। ਪਰ ਇਹ ਕੋਈ ਕਸਰ ਨਹੀਂ ਛੱਡਦੇ। ਯਾਨੀ ਕਿ ਇਹ ਚਾਹੁੰਦੇ ਨੇ ਕਿ ਬੀਜੇਪੀ ਦੇ ਬਾਰੇ ਕੋਈ ਬੋਲੇ ਨਾ, ਸਾਡੇ ਬਾਰੇ ਕੋਈ ਨਾ ਬੋਲੇ, ਅਸੀਂ ਜੋ ਕਹਿਤਾ ਠੀਕ ਹੈ ਉਹਨੂੰ ਠੀਕ ਕਹਿਣ। ਐਡਾ ਕੁ ਤਾਨਾਸ਼ਾਹੀ ਰਵੱਈਆ ਜਿਹੜਾ ਇਹਨਾਂ ਨੇ ਅਪਣਾ ਲਿਆ। ਹੁਣ ਆ ਜਿਹੜਾ ਕਹਿਣਾ ਇਹਨਾਂ ਦਾ, ਹਰਿੰਦਰ ਕਾਲੋਂ ਦਾ ਕਹਿਣਾ ਹੈ ਕਿ ਚਿੱਟੀ ਚਾਦਰ ਤੇ ਮੰਜੀ ਲੈ ਕੇ ਆਏ ਵੇ, ਤੇ ਇਹ ਬੰਦਾ ਤਾਂ ਸਿੱਧਾ ਕਤਲ ਦਾ ਵੀ ਤਾਂ ਪਰਚਾ ਦਰਜ ਹੋਣਾ ਚਾਹੀਦਾ ਕਿ ਸਿੱਧੀ ਧਮਕੀ ਦੇ ਰਹੇ ਕਤਲ ਕਰਨ ਦੀ। ਤੇ ਇਹ ਇੱਕ ਦੂਜੀ ਗੱਲ ਇਹ ਆ ਕਿ ਇਹ ਲੋਕ ਉੱਠਦੇ ਨੇ ਇੱਦਾਂ ਦੇ ਬਿਆਨ ਦੇ ਕੇ, ਇਹ ਚਾਹੁੰਦੇ ਨੇ ਕਿ ਸਾਨੂੰ ਬੀਜੇਪੀ ਹਾਈਕਮਾਂਡ ਦੇਖੇ, ਅਸੀਂ ਦੀ ਨਜ਼ਰਾਂ 'ਚ ਆ ਜਾਈਏ, ਸਾਨੂੰ ਕੋਈ ਵੱਡਾ ਅਹੁਦਾ ਮਿਲ ਜੇ, ਸਾਨੂੰ ਕੋਈ ਕੁਰਸੀ ਮਿਲ ਜੇ, ਸਾਨੂੰ ਕੁਛ 4 ਪੈਸੇ ਦੇ ਦੇਣ। ਤੇ ਆਹੀ ਚੀਜ਼ ਹੁੰਦੀ ਹੈ, ਬਸ ਲਾਲਚ ਹੁੰਦਾ ਕੋਈ ਨਾ ਕੋਈ ਛੁਪਿਆ ਹੋਇਆ। ਲੋਕਾਂ ਦੀ ਪਰਵਾਹ ਥੋੜ੍ਹੀ, ਲੋਕਾਂ ਨੂੰ ਲੋਕ ਕੁਛ ਮਰਜ਼ੀ ਕਰੀ ਜਾਣ, ਕਹੀ ਜਾਣ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਿਕਿਉਰਿਟੀ ਮਿਲੀ ਹੋਈ ਆ, ਸੈਂਟਰ 'ਚ ਸਰਕਾਰ ਹੈ, ਤੇ ਐਸੇ ਐਂ ਕਹਿ ਲਓ ਕਿ ਇਹ ਬੇਤੁਕੇ ਬਿਆਨ ਦੇ ਕੇ ਜਾਂ ਐਸੀ ਗੰਦੀ ਸ਼ਬਦਾਵਲੀ ਭਾਸ਼ਾ ਵਰਤ ਕੇ ਲੋਕਾਂ ਪ੍ਰਤੀ ਇਹ ਸਿਰਫ ਤੇ ਸਿਰਫ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੀ ਹੈਗੇ ਹਾਂ, ਅਸੀਂ ਬੋਲ ਰਹੇ ਹਾਂ, ਸਾਨੂੰ ਕੁਛ ਨਾ ਕੁਛ ਦਿਓ, ਸਾਨੂੰ ਕੁਰਸੀ ਮਿਲਣੀ ਚਾਹੀਦੀ ਹੈ, ਹੋਰ ਵੱਡੀ ਪਦਵੀ, ਹੋਰ ਇਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੈਗਾ। ਤੇ ਜੇ ਅੰਦੋਲਨ ਹੁਣ ਇਹਨੂੰ ਪੁੱਛਿਆ ਜਾਵੇ ਵੀ ਤੂੰ ਜਿਹੜਾ ਬਿਆਨ ਦਿੱਤਾ ਭਾਜਪਾ ਵਾਲੇ, ਕਿਉਂਕਿ ਉਹਦੀ ਪਿੱਠ ਤੇ ਆ ਕੇ ਖੜੇ ਨੇ ਕਿ ਲੋਕਤੰਤਰ ਹੈ, ਸਾਨੂੰ ਕਿਉਂ ਨਹੀਂ ਬੋਲਣ ਦਿਆ ਜਾਂਦਾ, ਸਾਨੂੰ ਕਿਉਂ ਨਹੀਂ ਮੀਟਿੰਗਾਂ ਕਰਨ ਦੀਆਂ ਜਾਂਦੀਆਂ, ਸਾਨੂੰ ਰੈਲੀਆਂ ਕਰਨ ਤੋਂ ਕਿਉਂ ਰੋਕਿਆ ਜਾਂਦਾ ਹੈ? ਤੇ ਲੋਕਤੰਤਰ ਹੈ, ਜੇ ਲੋਕਤੰਤਰ ਹੈ ਤਾਂ ਐਸੇ ਬਿਆਨ ਦੇਣੇ ਜਾਂ ਡਾਂਗਾ ਮਾਰ ਕੇ ਸਿਰ ਪਾੜ ਦੇਣੇ। ਇੱਥੇ ਲੋਕਤੰਤਰ ਕਿੱਥੇ ਚਲਾ ਜਾਂਦਾ? ਤੁਹਾਡੇ ਵਾਰੀ ਲੋਕਤੰਤਰ ਖਤਮ ਹੋ ਜਾਂਦਾ, ਡੈਮੋਕ੍ਰੇਸੀ ਖਤਮ ਹੋ ਜਾਂਦੀ ਹੈ ਉੱਥੇ।
ਤੇ ਇਹ ਬਿਆਨ ਦੇ ਕੇ ਤੁਸੀਂ ਤੇ ਪਰਚਾ ਦਰਜ ਕਰੋ ਕਿ ਕਿਵੇਂ ਦੇਤਾ ਬਿਆਨ। ਹਾਲਾਂਕਿ ਕੁਛ ਜਿਵੇਂ ਜਿਆਣੀ ਉਹਨਾਂ ਨੇ ਇਦਾਂ ਦਾ ਇਹਦੀ ਗੱਲ ਦੀ ਕੰਡੈਮ ਕੀਤਾ ਕਿ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ, ਸਾਡੇ ਹੀ ਲੋਕ ਨੇ ਇਹ, ਪਰ ਇਹ ਲੋਕ ਨੇ ਇਹਨਾਂ ਨੂੰ ਪਰਚੇ ਦੇ ਕੇ ਇਹਨੂੰ ਅੰਦਰ ਕਰਨਾ ਚਾਹੀਦਾ। ਇਹ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਦਾ। ਇਹ ਚਾਹੁੰਦੇ ਨੇ ਕਿ ਕਿਸਾਨ ਭੜਕਣ, ਹਿੰਸਾ ਹੋਵੇ, ਹਿੰਸਾਤਮਕ ਹੋਣ, ਸਾਡੇ ਤੇ ਹਮਲੇ ਕਰਨ, ਅਸੀਂ ਸਿਕਿਉਰਿਟੀ ਲਈਏ, ਅਸੀਂ ਸੈਂਟਰ 'ਚ ਜਾ ਕੇ ਬੈਠੀਏ, ਸਾਨੂੰ ਕੁਰਸੀਆਂ ਮਿਲ ਜਾਣ ਤੇ ਉਹਨਾਂ ਦੇ ਪਰਚੇ ਦਰਜ ਕਰਾ ਕੇ ਅੰਦਰ ਕਰ ਦਈਏ ਉਹਨਾਂ ਨੂੰ, ਤੇ ਮਾਹੌਲ ਖਰਾਬ ਕਰਕੇ ਕੋਈ ਰਾਸ਼ਟਰਪਤੀ ਰਾਜ ਵਗੈਰਾ ਇਦਾਂ ਦਾ ਕੁਛ ਲੱਗ ਜੇ ਮਾਹੌਲ ਪੰਜਾਬ ਦਾ, ਅਸੀਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆਪਣੀ ਭੂਮਿਕਾ ਨਿਭਾ ਸਕੀਏ। ਹੋਰ ਕੁਛ ਨਹੀਂ ਹੈ। ਇੱਦਾਂ ਦਾ ਬਿਆਨ ਦੇ ਕੇ ਮੈਂ ਕਹਿੰਦਾ ਸਰਕਾਰ ਨੂੰ, ਕਾਂਗਰਸ ਸਰਕਾਰ ਜੇ ਪੰਜਾਬ 'ਚ ਆਏਗੀ ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਕਹਿ ਲਓ ਵੀ ਆਪਾਂ ਕਹਿ ਸਕਦੇ ਹਾਂ ਕਿ ਸੰਗੀਨ ਇਹਨੂੰ ਗੁਨਾਹ ਕਹਿ ਸਕਦੇ, ਇਹਨੂੰ ਇਸ ਸੰਦਰਭ ਦੇ ਵਿੱਚ ਕੋਈ ਕਾਰਵਾਈ ਕਰਨੀ ਚਾਹੀਦੀ ਆ। ਅਦਰਵਾਈਜ਼ ਇਦਾਂ ਦੇ ਲੋਕਾਂ ਨੂੰ ਸ਼ਾਇਦ ਮਿਲਦੀ ਰਹੂਗੀ ਤੇ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਉਹ ਖਰਾਬ ਹੋ ਸਕਦਾ ਹੈ। ਜੀ ਪਰਮਿੰਦਰ ਜੀ, ਇੱਕ ਹੋਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਕੋਈ ਵਿਅਕਤੀ ਆਉਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਪਹੁੰਚਦਾ ਤੇ ਪਾਠੀਆਂ ਦੇ ਉੱਪਰ ਜਿਹੜੀ ਸਿਗਰਟ ਪੀਂਦੇ ਹੋਏ ਉਹਦਾ ਜਿਹੜਾ ਧੂੰਆਂ ਉਸ ਉੱਤੇ ਸਿੱਟਦਾ। ਤਾਂ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਜਦ ਇਹ ਘਟਨਾ ਵਾਪਰੀ ਹੋਵੇ, ਪਹਿਲਾਂ ਵੀ ਅਜਿਹੀਆਂ ਮੰਦਭਾਗੀਆਂ ਘਟਨਾ ਵਾਪਰਦੀਆਂ ਰਹਿੰਦੀਆਂ ਨੇ। ਪਰ ਧਾਰਮਿਕ ਸਥਾਨਾਂ ਤੇ ਅਜਿਹੀਆਂ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ? ਭਾਵੇਂ ਮੰਦਿਰ ਹੋਣ, ਮਸਜਿਦ ਹੋਣ, ਭਾਵੇਂ ਗੁਰਦੁਆਰੇ ਸਾਹਿਬਾਨ ਹੋਣ, ਵੱਖ-ਵੱਖ ਥਾਵਾਂ ਤੇ ਧਾਰਮਿਕ ਸਥਾਨਾਂ ਨੂੰ ਜਾਂ ਧਾਰਮਿਕ ਆਗੂਆਂ ਨੂੰ ਇਸ ਤਰ੍ਹਾਂ ਟਾਰਗੇਟ ਬਣਾਇਆ ਜਾਂਦਾ। ਤੁਸੀਂ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਿੱਧੀ ਜੀ ਗੱਲ ਤਾਂ ਇਹੀ ਆ। ਇਹਦੇ ਆਪਾਂ ਜੇ ਸੰਦਰਭ ਦੇ ਵਿੱਚ ਜਾ ਕੇ ਦੇਖਿਆ ਜਾਵੇ ਕੁਛ, ਤਾਂ ਪਹਿਲੀ ਗੱਲ ਤਾਂ ਇਹੀ ਹੈ ਕਿ ਪੰਜਾਬ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਵਾਪਰਦੀਆਂ ਨੇ। ਬਹੁਤਾਤ ਪੰਜਾਬ ਦੇ ਵਿੱਚ ਕਿਉਂ ਹੁੰਦੀ ਹੈ? ਇਹ ਜਦੋਂ ਕਿਤੇ ਚੋਣਾਂ ਨੇੜੇ ਆਉਂਦੀਆਂ ਨੇ ਉਦੋਂ ਜ਼ਿਆਦਾ ਹੋ ਜਾਂਦਾ। ਪਹਿਲਾਂ ਵੀ ਚੋਣਾਂ ਨੇੜੇ ਸੀਗੀਆਂ, ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਦੇਖੋ ਤੁਸੀਂ ਹੁਣ ਵੀ ਇੱਦਾਂ ਦਾ ਫੇਰ ਉਹੀ ਮਾਹੌਲ ਕ੍ਰੀਏਟ ਕਰਿਆ ਜਾ ਰਿਹਾ ਹੈ। ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ, ਲੋਕਾਂ ਨੂੰ ਭੜਕਾਉਣ ਦੀਆਂ, ਮਾਹੌਲ ਖਰਾਬ ਕਰਨ ਦੀਆਂ, ਇਸ ਤਰ੍ਹਾਂ ਦੀਆਂ ਕੁਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ। ਕਿਸੇ ਨੂੰ ਕੀ ਲੈਣਾ ਜੇ ਕੋਈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਕੋਈ ਰਾਗੀ ਹੈ ਜਾਂ ਪਾਠੀ ਹੈ, ਪਾਠ ਹੋ ਰਿਹਾ ਜਾਂ ਕੁਛ ਹੈ, ਤੁਸੀਂ ਉੱਥੇ ਜਾ ਕੇ ਇੱਦਾਂ ਦੀ ਘਟਨਾ ਜਿਹੜੀ ਵਾਪਰਦੀ ਹੈ ਜਾਂ ਉਹਨੂੰ ਅੰਜਾਮ ਦਿੰਦੇ ਹੋ ਤੁਸੀਂ, ਤੁਹਾਡੇ ਕੋਲ ਐਸਾ ਕੀ ਮਕਸਦ ਹੈ ਤੁਹਾਡਾ? ਉਹ ਕਲੀਅਰ ਨਹੀਂ ਕਰ ਪਾਉਂਦੇ। ਬਸ ਕਹਿ ਸਕਦੇ ਆਪਾਂ ਕਿ ਇਹਦੇ ਪਿੱਛੇ ਸਾਜ਼ਿਸ਼ ਹੁੰਦੀ ਆ ਵੀ ਮਾਹੌਲ ਕਿਸੇ ਤਰੀਕੇ ਨਾਲ ਖਰਾਬ ਕਰਿਆ ਜਾਵੇ, ਮੁੱਦਿਆਂ ਤੋਂ ਹਟਾਇਆ ਜਾਵੇ, ਭੜਕਾਇਆ ਜਾਵੇ, ਜਾਮ ਲੱਗਣ, ਜਥੇਬੰਦੀਆਂ ਆ ਕੇ ਇਕੱਠੇ ਹੋ ਕੇ ਲੋਕਾਂ ਨੂੰ ਉਹ ਕਹਿ ਲਓ ਹਲਾ ਲਲਾ ਕਰਕੇ ਚਾਰੇ ਪਾਸੇ ਹੱਲਾ ਗੁੱਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਦੂਜੇ ਪਾਸੇ ਜਿਹੜਾ ਸਾਡਾ ਇੱਕ ਧਾਰਮਿਕ ਸਥਾਨ ਹੈ, ਚਾਹੇ ਅਕਾਲ ਤਖਤ ਸਾਹਿਬ ਹੈ ਜਾਂ SGPC ਹੈ, ਇਹਨਾਂ ਦੇ ਕੋਲ ਕੋਈ ਹੋਰ ਕੰਮ ਹੀ ਨਹੀਂ। ਜਦੋਂ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਹੈ, ਕਹਿੰਦੇ ਨੇ ਜੀ ਬੜੀ ਨਿੰਦਾ ਕੀਤੀ, ਅਸੀਂ ਡੂੰਘੀ ਨਿੰਦਾ, ਚਿੰਤਾ ਪ੍ਰਗਟ ਕਰੀ ਜੀ ਫਲਾਣ। ਜਦੋਂ ਕਿ ਸਾਰੀਆਂ ਜਥੇਬੰਦੀਆਂ ਬੈਠੀਆਂ ਨੇ, ਬੜੇ ਬਿਆਨ ਦਾਗਦੀਆਂ ਨੇ, ਅਸੀਂ ਐਂ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਪੰਥ ਲਈ ਕੁਰਬਾਨੀਆਂ ਦੇ ਦਾਂਗੇ, ਪੰਥ ਲਈ ਐਂ ਹੋ ਜਾਊਗਾ, ਉਹ ਹੋ ਜਾਊਗਾ। ਇਹ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਨੇ। ਅੱਜ ਤੱਕ ਕਿਸੇ ਇੱਦਾਂ ਦੇ ਘਟਨਾਕ੍ਰਮ ਜਦੋਂ ਵਾਪਰਦਾ ਉਹਦੇ ਦੋਸ਼ੀ ਨੂੰ ਕਿਸ ਨੂੰ ਸਜ਼ਾ ਦਿਵਾ ਚੁੱਕੇ ਨੇ? ਇਹ ਕਿਸ ਚੀਜ਼ ਦੀ ਘਾਟ ਹੈ ਇਹਨਾਂ ਕੋਲ, ਉਹ ਨਹੀਂ ਪਤਾ ਲੱਗਦਾ। ਪੈਸਾ ਇਹਨਾਂ ਕੋਲ ਖੁੱਲ੍ਹਾ, ਜਥੇਬੰਦੀਆਂ ਉਹ ਬੈਠੀਆਂ ਨੇ, CCTV ਫੁਟੇਜਾਂ ਪਈਆਂ ਨੇ, ਸਭ ਕੁਛ ਪ੍ਰੂਫ ਹੁੰਦੇ ਨੇ ਤੇ ਪੈਰ ਵੀ ਕਰਦੇ ਨਹੀਂ, ਬਸ ਬਿਆਨ ਦੇ ਕੇ ਚੁੱਪ। ਟਾਸਕ ਫੋਰਸਾਂ ਬਣਾਈਆਂ ਹੋਈਆਂ ਨੇ, ਕਾਹਦੇ ਲਈ ਬਣਾਈਆਂ ਹੋਈਆਂ ਨੇ? ਸਿਕਿਉਰਿਟੀ ਪੂਰੀ ਹੈ। ਕਿਵੇਂ ਚਲਾ ਜਾਂਦਾ ਬੰਦਾ, ਕਿਵੇਂ ਇੱਦਾਂ ਦੀ ਘਟਨਾ ਨੂੰ ਅੰਜਾਮ ਦੇ ਦਿੰਦਾ, ਤੇ ਫਿਰ ਬਾਅਦ 'ਚ ਮੰਦਬੁੱਧੀ ਕਹਿ ਕੇ ਉਹਨੂੰ ਕਿਤੇ ਨਾ ਕਿਤੇ ਹਿੱਲੇ ਲਾ ਲਿਆ ਜਾਂਦਾ, ਉੱਥੇ ਹੀ ਖਤਮ ਕਰ ਦਿਆ ਜਾਂਦਾ ਮੁੱਦੇ ਨੂੰ। ਇਹ ਟਾਸਕ ਫੋਰਸਾਂ ਜਿਹੜੀਆਂ ਬਣਾਈਆਂ ਹੋਈਆਂ ਨੇ SGPC ਨੇ, ਇਹ ਬਸ ਸਿੱਖਾਂ ਦੀਆਂ ਦਸਤਾਰਾਂ ਲਾਉਣ ਨੂੰ ਜਾਂ ਉਹਨਾਂ 'ਤੇ ਹਮਲੇ ਕਰਨ ਨੂੰ ਨੇ, ਆਪਸ ਵਿੱਚ ਮਾਰਨ ਕੁੱਟਣ ਨੂੰ ਨੇ। ਇਹਨਾਂ ਨੂੰ ਕਹੇ ਕੋਈ ਇਹਨਾਂ ਨਾਲ ਕੋਈ ਐਸੀ ਘਟਨਾ ਵਾਪਰ ਜੇ, ਚਾਹੇ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ, ਚਾਹੇ SGPC ਪ੍ਰਧਾਨ ਹੋਵੇ, ਕੋਈ ਵੀ ਬੰਦਾ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਕੋਈ ਵੱਡਾ ਹੋਵੇ, ਠੀਕ ਹੈ, ਉਹਨਾਂ ਨਾਲ ਜੇ ਐਸੀ ਘਟਨਾ ਵਾਪਰ ਜੇ ਨਾ, ਮਿੰਟੋ ਮਿੰਟੀ ਕਾਰਵਾਈ ਹੋਏਗੀ। ਲੇਕਿਨ ਆਹ ਗੁਰਦੁਆਰਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜਾਂ ਰਾਗੀ ਸਿੰਘਾਂ ਨਾਲ ਜਾਂ ਹੋਰ ਪ੍ਰਚਾਰਕਾਂ ਨਾਲ ਜਾਂ ਕਿਸੇ ਪ੍ਰਚਾਰਕ ਦਾ ਕੋਈ ਲੜਾਈ ਕਰ ਦੇਵੇ, ਕੋਈ ਕਿਸੇ ਨੂੰ ਕੁੱਟ ਦੇਵੇ, ਕੋਈ ਮਾਰ ਦੇਵੇ, ਕੁਛ ਹੋ ਜਾਵੇ, ਉਹਨਾਂ ਨਾਲ ਕੁਛ ਹੋ ਜੇ, ਕੋਈ ਕਾਰਵਾਈ ਨਹੀਂ ਹੁੰਦੀ, ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ, ਕੋਈ ਅੱਗੇ ਨਹੀਂ ਵੱਧਦਾ। ਕੇਸ ਉੱਥੇ ਬੈਠੇ ਨੇ, ਬਿਆਨ ਦੇਣ ਤੱਕ ਸੀਮਿਤ ਨੇ, ਆਪਣੀ ਬਸ ਕਹਿ ਲਓ ਕਿ ਆਪਣਾ ਅਹੁਦਾ ਬਚਾਉਣ ਵਾਸਤੇ ਵੱਡੇ ਵੱਡੇ ਰਾਜਨੀਤਿਕ ਲੋਕਾਂ ਦੇ ਤਲਵੇ ਚੱਟਣ ਲਈ ਮਜਬੂਰ ਨੇ। ਵੀ ਲੋਕ ਨਿੱਜੀ ਲਾਲਸਾ ਦੇ ਵਿੱਚ ਫਸ ਕੇ, ਠੀਕ ਹੈ, ਇਹ ਸਾਰੀਆਂ ਬੇਅਦਬੀਆਂ, ਇਹ ਸਾਰਾ ਕੁਛ ਜਿਹੜਾ ਹੈਗਾ ਇਹਨਾਂ ਦੀ ਹੀ ਦੇਣ ਹੈ।
ਇਹੀ ਜ਼ਿੰਮੇਵਾਰ ਨੇ, ਇਹ ਜਵਾਬ ਦੇਣ ਆ ਕੇ ਸੰਗਤ ਨੂੰ ਕਿ ਇਹ ਬੈਠੇ ਕਿਉਂ ਨੇ ਏਡੇ ਏਡੇ ਅਹੁਦਿਆਂ ਦੇ ਉੱਤੇ, ਇਹਨਾਂ ਦਾ ਕੰਮ ਕੀ ਹੈ, ਕਾਹਦੇ ਲਈ ਜਥੇਬੰਦੀਆਂ ਬਣਾਈ ਬੈਠੇ ਹੋ ਤੁਸੀਂ, ਹੋਰ ਜਥੇਬੰਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਬੈਠੀਆਂ ਨੇ ਕਾਹਦੇ ਲਈ ਬੈਠੇ ਹੋ, ਕਾਹਦੇ ਲਈ ਅਹੁਦੇਦਾਰ ਮੁਖੀ ਜਥੇਦਾਰ ਕਾਹਦੇ ਲਈ ਬਣੇ ਬੈਠੇ ਹੋ, ਕੀ ਕਰਨਾ, ਕੰਮ ਕੀ ਹੈ ਤੁਹਾਡਾ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨਹੀਂ ਰੋਕ ਸਕੇ ਤੁਸੀਂ, ਫਿਰ ਤੁਸੀਂ ਕਾਹਦੇ ਲਈ ਬੈਠੇ ਹੋ, ਕੀ ਕੰਮ ਤੁਹਾਡਾ ਆਪਣਾ ਦੱਸੋ, ਜਥੇਬੰਦੀ ਦਾ ਕੰਮ ਕੀ ਹੈ। ਕਿਉਂ ਤੁਸੀਂ ਮੂਹਰੇ ਆ ਕੇ ਲੋਕਾਂ ਨੂੰ ਠੱਗਦੇ ਹੋ, ਕਿਉਂ ਗੋਲਕਾਂ ਰੱਖੀਆਂ ਹੋਈਆਂ ਨੇ ਲੋਕਾਂ ਨੂੰ ਲੁੱਟਣ ਲਈ, ਕਿਉਂ ਨਹੀਂ ਹਟਦੇ, ਪਾਸੇ ਹਟ ਜਾਓ। ਪਰ ਹੁਣ ਸਬਕ ਸੰਗਤ ਨੂੰ ਵੀ ਚਾਹੀਦਾ ਕਿ ਇਹ ਲੋਕਾਂ ਨੂੰ ਪੁੱਛਣ, ਇਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਹੈ, ਜਦੋਂ ਉੱਥੋਂ ਦੀ ਮਰਿਆਦਾ ਦੀ ਗੱਲ ਆਉਂਦੀ ਹੈ, ਜੇ ਤੁਸੀਂ ਸੱਚੀ ਮੁੱਚੀ ਮਰਿਆਦਾ ਦਾ ਰੌਲਾ ਪਾਉਂਦੇ ਹੋ, ਜੇ ਸੱਚੀ ਮੁੱਚੀ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਧਰਮ ਦੇ ਨਾਲ ਜੁੜੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹਾਂ, ਤਾਂ ਇਹਨਾਂ ਗੱਲਾਂ ਬਾਰੇ ਪੁੱਛੋ ਇਹਨਾਂ ਨੂੰ ਆ ਕੇ, ਇਹਨਾਂ ਨੂੰ ਸਵਾਲ ਕਰੋ ਵੀ ਤੁਸੀਂ ਕਿਹੜੇ ਵਕੀਲਾਂ ਦੇ ਪੈਨਲ ਬਣਾਏ, ਕਿਹੜੇ ਬੈਂਚ ਬਿਠਾਏ, ਕਾਨੂੰਨੀ ਕਾਰਵਾਈ ਕੀ ਕੀਤੀ, ਤੁਹਾਡੇ ਕੋਲ ਘਾਟ ਕਿਸ ਚੀਜ਼ ਦੀ ਹੈ, ਤੁਸੀਂ ਕਿਉਂ ਨਹੀਂ ਰੋਕ ਸਕੇ ਹੁਣ ਤੱਕ ਇਹ ਚੀਜ਼ਾਂ ਨੂੰ। ਕੀ ਮਤਲਬ ਹੈ ਕੋਈ ਆ ਕੇ ਤੁਹਾਡੇ ਘਰ ਤੇ ਆ ਕੇ ਨਾ ਅਟੈਕ ਕਰ ਜੇ, ਕੋਈ ਤੁਹਾਡੀ ਨਾ ਕੋਈ ਪੱਗ ਨੂੰ ਹੱਥ ਪਾ ਲਵੇ, ਉੱਥੇ ਜਾ ਕੇ ਜੋ ਮਰਜ਼ੀ ਕਰ ਲਵੇ ਕੋਈ। ਸੋ ਇਹ ਸਾਰਾ ਕੁਝ ਐਂ ਕਹਿ ਲਓ ਕਿ ਇਹਨਾਂ ਦੀ ਅਣਗਹਿਲੀ ਲਾਪਰਵਾਹੀ ਕਰਕੇ ਵਾਪਰ ਰਿਹਾ ਜੀ। ਪਰਮਿੰਦਰ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਧੰਨਵਾਦ। ਇਹ ਸਨ ਸਾਡੇ ਨਾਲ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ, ਰੱਬ ਰਾਖਾ।